ਚਾਈਨਾ ਇਸ ਵੇਲੇ ਇੰਡੀਆ ਨੂੰ ਡਿਸਟਰੋਏ ਕਰਨ ਤੇ ਤੁਲਿਆ ਆ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਘੋਰ ਮੰਦਾ ਹੈ, ਫਿਰ ਸਟੀਲ ਦੀ ਪ੍ਰਾਈਸਿਸ ਕਿਉਂ ਵੱਧ ਰਹੀਆਂ? ਅਨਇੰਪਲੋਇਮੈਂਟ ਦਾ ਇੱਕ ਉਬਾਲ ਉੱਠੇਗਾ, ਇਸ ਕਰਕੇ ਅਸੀਂ ਕੰਪੀਟੀਸ਼ਨ ਚੋਂ ਬਾਹਰ ਹੋ ਜਾਾਂਗੇ। ਇੰਡਸਟਰੀ ਨੂੰ ਤਾਂ ਤਬਾਹ ਕਰ ਹੀ ਰਿਹਾ ਹੈ। ਗਵਰਨਮੈਂਟ ਆਫ ਇੰਡੀਆ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਆ। 26-27% ਇਹ ਰੇਟ ਜ਼ਿਆਦਾ ਰੱਖਦੇ ਆ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं। तो अज का साडा मुद्दा है इंडस्ट्री के रॉ मटीरियल का। जी हाँ, इंडस्ट्री दे विच इस टाइम स्टील दीयां प्राइजिस जिहड़ियां हैगियां आसमान छू रही हैं कीमतां। एक पासे कहा जा रहा है घोर मंदा चल रहा है ट्रेड इंडस्ट्री, क्योंकि पूरा देश पिछले एक कह लो महीने तो बंद चल रहा है, रिटेल सैक्टर बंद चल रहा है। पर यह जे टाइम ते भी जिहड़ी स्टील दी प्राइजिस क्यों वध रही है, तो ट्रेड इंडस्ट्री दे जिहड़ी एसोसीएशन है जिहड़ी पहलां कि आए दिन स्टील दी इंडस्ट्री नूं लैके मीडिया दे विच छाइयां रहिंदियां सी, इस वारी वो आवाज़ नहीं चकदियां नज़र आ रही। पुछदे हैं, गलबात करते हैं फीओ दे राष्ट्रीय पूर्व राष्ट्रीय अध्यक्ष जिहड़े हैगे एस.सी. रलन जी नाल, ते पुछदे हैं सर की मामला है। नमस्कार सर। नमस्ते जी। सर की मामला है स्टील दी प्राइसिस मंदा, एक पासे तुसीं कह रहे हो घोर मंदा है, फिर स्टील दी प्राइसिस क्यों वध रही हैं? देखो स्टील ਦੀਆਂ ਪ੍ਰਾਈਸਿਸ ਸਿਰਫ ਇੰਡੀਆ 'ਚ ਨਹੀਂ ਵਧ ਰਹੀਆਂ, ਸਟੀਲ ਦੀਆਂ ਪ੍ਰਾਈਸਿਸ ਆਲ ਓਵਰ ਦੀ ਵਰਲਡ ਵਧ ਰਹੀਆਂ ਵਾ। ਲੇਕਿਨ ਸਵਾਲ ਇਹ ਆ ਕਿ ਇੰਡੀਆ ਦੇ ਵਿੱਚ ਥੋੜ੍ਹੀਆਂ ਜ਼ਿਆਦਾ ਵਧ ਰਹੀਆਂ ਵਾ। ਜੇ ਥੋੜ੍ਹਾ ਇੰਡੀਆ 'ਚ ਮੈਂ ਬੇਸਿਕ ਇੱਕ ਫਾਰਮੂਲਾ ਦੱਸਾਂ ਇਹਨਾਂ ਦਾ, ਉਹ ਇਹ ਆ ਕਿ ਜੇ ਅਸੀਂ ਬਾਹਰੋਂ ਇੰਪੋਰਟ ਕਰਦੇ ਹਾਂ ਤਾਂ ਸਾਨੂੰ ਉਹ 82-83 ਹਜ਼ਾਰ ਰੁਪਇਆ ਟਨ ਪੈਂਦੀ ਆ CRC। ਲੇਕਿਨ ਇਹਨਾਂ ਨੇ ਇੱਕ ਹੁਸ਼ਿਆਰੀ ਕੀ ਕੀਤੀ ਕਿ ਜੇ ਕੋਈ ਬੰਦਾ ਬਾਹਰੋਂ ਇੰਪੋਰਟ ਕਰੇਗਾ ਤਾਂ ਉਹ ਜੋ ਰੇਟ ਪੈਂਦਾ ਵਾ ਉਹ ਰੇਟ ਇਹ ਰੱਖਦੇ ਆ। ਦੈਟ ਮੀਨਸ ਕਿ ਬਾਹਰ ਨਾਲੋਂ ਇਹ ਤਕਰੀਬਨ 25-27% ਇਹ ਰੇਟ ਜ਼ਿਆਦਾ ਰੱਖਦੇ ਆ। ਅਸੀਂ ਉਹਨਾਂ ਕੰਪੀਟੀਟਿਵ ਨਹੀਂ ਆ। ਔਰ ਅਸੀਂ ਇਸ ਵੇਲੇ ਹਾਲਤ ਇਹ ਹੋ ਗਈ ਆ ਕਿ ਚਾਈਨਾ ਇੰਪੋਰਟ ਕਰ ਰਿਹਾ ਇਹਨਾਂ ਦਾ ਸਟੀਲ। ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਇਹ ਸਮਝ ਨਹੀਂ ਆ ਰਹੀ ਕਿ ਚਾਈਨਾ ਮੇਨ ਸਟੀਲ ਇੰਪੋਰਟ ਕਰਕੇ ਆਪਣੇ ਮੈਨੂਫੈਕਚਰਿੰਗ ਸੈਕਟਰ ਨੂੰ, ਜਿਨ੍ਹਾਂ ਨੇ ਇੱਕ ਪ੍ਰੋਡਕਟ ਬਣਾਉਣੇ ਆ ਉਹਨਾਂ ਨੂੰ ਇੱਕ ਬਹੁਤ ਕੰਪੀਟੀਟਿਵ ਪ੍ਰਾਈਸ 'ਤੇ ਵੇਚ ਰਿਹਾ ਵਾ। ਉਹਨਾਂ ਨੂੰ ਉਸ ਮਹਿੰਗੇ ਭਾਅ 'ਤੇ ਨਹੀਂ ਦੇ ਰਿਹਾ। ਇੰਡੀਆ ਨੂੰ ਨਹੀਂ ਇਹ ਸਮਝ ਆ ਰਹੀ। ਇਹ ਇਸ ਕਰਕੇ ਅਸੀਂ ਇੰਡੀਆ ਕੰਪੀਟੀਸ਼ਨ 'ਚੋਂ ਬਾਹਰ ਹੋ ਜਾਵਾਂਗੇ ਹੌਲੀ ਹੌਲੀ। ਇਸ ਵੇਲੇ ਜਿਹੜਾ ਐਡਵਾਂਟੇਜ ਅਮਰੀਕਾ ਕਰਕੇ ਸਾਨੂੰ ਇਹ ਮਿਲਿਆ ਸੀਗਾ ਕਿ ਕਸਟਮਰ ਜਿਹੜੇ ਆ ਉਹ ਇੰਡੀਆ ਲਾਣੇ ਸ਼ੁਰੂ ਹੋ ਗਏ ਸੀਗੇ, ਤਾਂ ਉਹ ਕਿਤੇ ਐਡਵਾਂਟੇਜ ਅਸੀਂ ਖਤਮ ਨਾ ਕਰ ਲਈਏ। ਇਹ ਨਾ ਹੋਵੇ ਕਿ ਆਉਣ ਵਾਲੇ ਟਾਈਮ 'ਚ ਹਰ ਉਹ ਜਿਹੜੇ ਕਸਟਮਰ ਹੈਗੇ ਆ ਉਹ ਦੁਬਾਰਾ ਫਿਰ ਚਾਈਨਾ 'ਚ ਜਾਣਾ ਸ਼ੁਰੂ ਕਰ ਦੇਣ। ਦੇਖੋ ਮੈਂ ਇਹ ਨਹੀਂ ਕਹਿੰਦਾ ਜਿਸ ਤਰ੍ਹਾਂ ਕਿ ਕੁਛ ਕਈਆਂ ਨੇ ਕਿਹਾ ਵਾ, ਇਹ ਸਮਝਦੇ ਆ ਕਿ ਸਟੀਲ ਮੈਨੂਫੈਕਚਰਰਸ ਔਰ ਗੌਰਮੈਂਟ ਦੀ ਮਿਲੀ ਭਗਤ ਆ। ਕੋਈ ਮਿਲੀ ਭਗਤ ਨਹੀਂ ਹੈ। ਇਟ ਇਜ਼ ਆਲ ਦੀ ਇੰਟਰਨੈਸ਼ਨਲ ਪ੍ਰਾਈਸਿਸ। ਸਿਰਫ ਸਵਾਲ ਇਹ ਆ ਕਿ ਆਇਰਨ ਔਰ ਜਿਹੜੀ ਐਕਸਪੋਰਟ ਹੋ ਰਹੀ ਆ ਉਹ ਇੰਡੀਆ 'ਚ ਯੂਜ਼ ਨਹੀਂ ਹੁੰਦੀ, ਇਸ ਕਰਕੇ ਸਾਨੂੰ ਆਇਰਨ ਔਰ ਤੋਂ ਕੋਈ ਪ੍ਰੋਬਲਮ ਨਹੀਂ ਹੈ। ਸਾਨੂੰ ਪ੍ਰੋਬਲਮ ਜਿਹੜੀ ਆਇਰਨ ਔਰ ਇੱਥੇ ਯੂਜ਼ ਹੋ ਰਹੀ ਆ, ਕਈ ਇੱਦਾਂ ਦੀਆਂ ਆ, ਸਟੀਲ ਅਥਾਰਟੀ ਆ, ਟਾਟਾ ਵਾ, ਰਾਸ਼ਟਰੀ ਇਸਪਾਤ ਆ, ਇਹਨਾਂ ਲੋਕਾਂ ਦੇ ਆਪਣੇ ਕੈਪਟਿਵ ਪਾਵਰ ਪਲਾਂਟ ਆ, ਇਹਨਾਂ ਦੀਆਂ ਆਪਣੀਆਂ ਮਾਈਨਸ ਹੈਗੀਆਂ ਵਾ। ਇਹਨਾਂ ਨੂੰ ਤਾਂ ਇਹ ਭਾਅ ਨਹੀਂ ਪੈਣਾ ਚਾਹੀਦਾ। ਇਹ ਫੇਰ ਕਿਉਂ ਇਹ ਰੇਟ 'ਤੇ ਪੱਕਦੇ ਆ? ਇਹ ਗੌਰਮੈਂਟ ਨੂੰ ਚੈੱਕ ਕਰਨਾ ਪਏਗਾ, ਕਿਉਂਕਿ ਨਿਤਨ ਗਡਕਰੀ ਜੀ ਦਾ ਵੀ ਇੱਕ ਬਿਆਨ ਆਇਆ ਸੀਗਾ ਕਿ ਇਹਨਾਂ ਦੇ ਉੱਤੇ ਚੈੱਕ ਕਰਨਾ ਬਹੁਤ ਜ਼ਰੂਰੀ ਆ, ਰੈਗੂਲੇਟਰੀ ਕਮਿਸ਼ਨ ਹੋਣਾ ਬਹੁਤ ਜ਼ਰੂਰੀ ਆ। ਉਹਦਾ ਕਾਰਨ ਇਹ ਆ ਕਿ ਉਹਨਾਂ ਦੇ ਇਨਫਰਾਸਟ੍ਰਕਚਰ ਪ੍ਰੋਜੈਕਟ ਸਾਰੇ ਆ ਉਹ ਸਾਰੇ ਡਬਲ ਹੋ ਗਏ। ਉਹਨਾਂ ਨੂੰ ਵੀ ਤਕਲੀਫ ਬਹੁਤ ਆ। ਗਵਰਨਮੈਂਟ ਆਫ ਇੰਡੀਆ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਆ। ਇਹ ਨਹੀਂ ਕਿ ਖਾਲੀ ਇੰਡਸਟਰੀ ਨੂੰ ਨੁਕਸਾਨ ਆ, ਇਹ ਗਵਰਨਮੈਂਟ ਆਫ ਇੰਡੀਆ ਨੂੰ ਇਸ ਵੇਲੇ ਸੁੱਤੇ ਪਿਆਂ ਨੂੰ ਜਾਗਣ ਦੀ ਬਹੁਤ ਜ਼ਬਰਦਸਤ ਜ਼ਰੂਰਤ ਆ। ਗਵਰਨਮੈਂਟ ਆਫ ਇੰਡੀਆ ਨੂੰ ਕਿੱਦਾਂ ਨੁਕਸਾਨ ਹੈ, ਤੁਸੀਂ ਕਿੱਦਾਂ ਕਹਿ ਰਹੇ ਹੋ? ਗੌਰਮੈਂਟ ਆਫ ਇੰਡੀਆ ਦੇ ਜਿੰਨੇ ਪ੍ਰੋਜੈਕਟ ਹੈਗੇ ਆ ਉਹਦੇ ਵਿੱਚ ਲੋਹਾ ਲੱਗਦਾ, ਉਹ 'ਚ ਸਟੀਲ ਲੱਗਦਾ, ਉਹ 'ਚ ਸਰੀਆ ਲੱਗਦਾ ਵਾ। ਉਹਦੇ ਵਿੱਚ ਜੇ ਸਟੀਲ ਲੱਗਦਾ ਵਾ ਉਹ 'ਚ ਸ਼ੀਟਾਂ ਲੱਗਦੀਆਂ ਵਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਆਲਮੋਸਟ ਡਬਲ ਹੋ ਗਈਆਂ ਤੇ ਉਹਨਾਂ ਦੇ ਪ੍ਰੋਜੈਕਟ ਦੀ ਕੋਸਟ ਵੀ ਡਬਲ ਹੋ ਗਈ ਆ, ਕਿਉਂਕਿ ਸੀਮੈਂਟ ਵੀ ਮਹਿੰਗਾ ਹੋ ਗਿਆ। ਇਹ ਗਵਰਨਮੈਂਟ ਆਫ ਇੰਡੀਆ ਨੂੰ ਐਕਚੁਅਲੀ ਇਹ ਸਮਝਣਾ ਚਾਹੀਦਾ ਵਾ ਕਿ ਇੰਡਸਟਰੀ ਦਾ ਇਕੱਲਿਆਂ ਦਾ ਨੁਕਸਾਨ ਨਹੀਂ ਆ, ਗਵਰਨਮੈਂਟ ਆਫ ਇੰਡੀਆ ਦਾ ਵੀ ਬਹੁਤ ਨੁਕਸਾਨ ਆ। ਇਹ ਜਿਹੜੇ ਆ ਸਟੀਲ ਪਲਾਂਟਾਂ ਵਾਲੇ ਆ ਇਹ ਬਹੁਤ ਜ਼ਿਆਦਾ ਡੈਮੇਜ ਕਰ ਰਹੇ ਆ, ਗਵਰਨਮੈਂਟ ਆਫ ਇੰਡੀਆ ਨੂੰ ਵੀ ਕਰ ਰਹੇ ਆ
ਔਰ ਇੰਡਸਟਰੀ ਨੂੰ ਤਾਂ ਤਬਾਹ ਕਰ ਹੀ ਰਿਹਾ ਇਹ। ਰਲਨ ਸਾਹਿਬ ਇੱਥੇ ਇੱਕ ਗੱਲ ਪੁੱਛਣਾ ਚਾਹਾਂਗੇ, ਅਸੀਂ ਬਹੁਤ ਦੇਰ ਤੋਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਹਾਨੂੰ ਬਹੁਤ ਲੈਵਲ ਤੇ ਅਸੀਂ ਇੰਡਸਟਰੀ ਦੀ ਆਵਾਜ਼ ਚੱਕਦੇ ਦੇਖਿਆ ਹੈ, ਪਰ ਇਸ ਵਾਰੀ ਬੜੀ ਦੇਰ ਤੋਂ ਇੰਡਸਟਰੀ, ਇਹ ਸਾਡੀ ਆਵਾਜ਼ ਨਹੀਂ ਹੈ, ਇੱਕ ਆਮ ਇੰਡਸਟਰੀਲਿਸਟਾਂ ਦੀ ਆਵਾਜ਼ ਹੈ। ਉਹ ਕਹਿੰਦੇ ਕਿ ਹੁਣ ਜਿਹੜੇ ਸਾਡੇ ਰਿਪਰੈਜ਼ੈਂਟੇਟਿਵਸ ਸੀਗੇ ਤੁਹਾਡੇ ਵਰਗੇ, ਤੁਸੀਂ ਸ਼ਾਇਦ ਫਿਰ ਕੁਛ ਨਾ ਕੁਛ ਐਫਰਟਸ ਕਰ ਰਹੇ ਹੋ, ਬਹੁਤ ਸਾਰੇ ਹੋਰ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਆ, ਐਸੋਸੀਏਸ਼ਨਾਂ ਹੈਗੀਆਂ, ਉਹ ਹੁਣ ਆਵਾਜ਼ ਹੀ ਨਹੀਂ ਚੱਕਦੀਆਂ ਸਟੀਲ ਪ੍ਰਾਈਸਿਸ ਦੇ ਅਗੇਂਸਟ। ਇੱਦਾਂ ਦਾ ਕਿਉਂ? ਕੀ ਇੱਦਾਂ ਦੀ ਗੱਲ ਹੈਗੀ ਵੀ ਹੈ? ਦੇਖੋ, ਮੈਂ ਹੁਣ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਆ ਜੀ, ਮੈਂ ਉਹਦੀ ਕਾਪੀ ਜਿਹੜੀ ਆ ਉਹ ਨਿਤਨ ਗਡਕਰੀ ਜੀ ਨੂੰ ਵੀ ਭੇਜੀ ਆ ਜੀ, ਇਹ ਮੈਂ ਇੱਥੇ 4-5 ਪ੍ਰਧਾਨਾਂ ਨਾਲ ਜਲੰਧਰ ਵੀ ਗੱਲ ਕੀਤੀ, ਰਾਜਕੋਟ ਵੀ ਗੱਲ ਕੀਤੀ, ਬੰਬੇ ਵੀ ਗੱਲ ਕੀਤੀ ਜੀ, ਕਿ MSME ਦਾ ਹੋਂਦ ਜਾਂ ਐਗਜ਼ਿਸਟੈਂਸ ਜੀ, ਉਹ ਬਿਲਕੁਲ ਖਤਰੇ 'ਚ ਆ ਚੁੱਕੀ ਹੈ ਇਸ ਵੇਲੇ। ਜੀ, ਔਰ ਜੇ ਇਹ ਸਾਰਿਆਂ ਨੇ ਦੇਖੋ, ਹੁਣ ਸਾਡੇ ਇੱਥੇ ਇੱਕ ਰਿਵਾਜ ਕੀ ਲੁਧਿਆਣੇ 'ਚ ਜਾਂ ਪੰਜਾਬ 'ਚ ਪੈ ਗਿਆ ਕਿ ਸਾਡੀ ਇੱਕ ਖਬਰ ਜਿਹੜੀ ਆ ਔਰ ਫੋਟੋ ਜਿਹੜੀ ਆ ਅਖਬਾਰ 'ਚ ਲੱਗਣੀ ਚਾਹੀਦੀ ਆ। ਅਸੀਂ ਚਿੱਠੀ ਲਿਖਦੇ ਬਹੁਤ ਘੱਟ ਆ, ਮੈਂ ਨਹੀਂ ਕਹਿੰਦਾ ਕਿ ਨਹੀਂ ਲਿਖਦੇ, ਲਿਖਦੇ ਵੀ ਆ, ਕਈ ਲਿਖਦੇ ਆ, ਲੇਕਿਨ ਅਸੀਂ ਜ਼ਿਆਦਾਤਰ ਆਪਣੀਆਂ ਨਾ ਖਬਰਾਂ ਅਖਬਾਰਾਂ ਤਾਈਂ ਹੀ ਸੀਮਤ ਰੱਖਦੇ ਆ। ਇਸ ਵੇਲੇ ਬਹੁਤ ਜ਼ਰੂਰੀ ਆ, ਪ੍ਰਾਈਮ ਮਿਨਿਸਟਰ ਦੇ ਨੌਲੇਜ 'ਚ ਲਿਆਉਣਾ ਬਹੁਤ ਜ਼ਰੂਰੀ ਆ। ਜੇ ਨਹੀਂ ਲਿਆਵਾਂਗੇ ਆਉਣ ਵਾਲੇ ਟਾਈਮ 'ਚ MSME ਮਾਈਕਰੋ ਦਾ ਬਿਲਕੁਲ ਖਤਮ ਹੋ ਜਾਏਗੀ। MSME ਜਿਹੜੀ ਆ ਇੰਜੀਨੀਅਰਿੰਗ ਦੀ ਮੈਂ ਗੱਲ ਕਰ ਰਿਹਾ, MSME ਅਦਰਵਾਈਜ਼ ਉਹਦੀ ਐਗਜ਼ਿਸਟੈਂਸ ਬਹੁਤ ਖਤਰੇ 'ਚ ਪੈਦਾ ਹੋ ਜਾਏਗੀ। ਉਹਦਾ ਕਾਰਨ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਸਮਾਲ ਸਕੇਲ ਇੰਡਸਟਰੀ ਜਿਹੜੀ ਆ ਉਹ ਪਹਿਲਾਂ ਉਹਦਾ ਆਰਡਰ ਭੇਜਦੀ ਆ, ਕੋਟੇਸ਼ਨ ਭੇਜਦੀ ਆ, 12 ਦਿਨ ਬਾਅਦ ਆਰਡਰ ਆਉਂਦਾ ਵਾ। ਜਿਲੇ ਆਰਡਰ ਆਉਂਦਾ ਵਾ ਤਾਂ ਰੇਟ ਸਟੀਲ ਦਾ ਵਧਿਆ ਹੁੰਦਾ, ਉਹ ਕੰਪੀਟੀਸ਼ਨ 'ਚੋਂ ਬਾਹਰ ਹੋ ਜਾਂਦਾ। ਉਹ ਫਿਰ ਵੀ ਕਹਿੰਦਾ ਕਿ ਮੈਂ ਚਲੋ ਦੁਕਾਨਦਾਰੀ ਮੇਰੀ ਚੱਲਦੀ ਰਵੇ, ਉਹ ਬਣਾਉਂਦਾ ਵਾ, ਬਣਾ ਕੇ ਜਿਲੇ 40-45 ਦਿਨ ਬਾਅਦ ਐਕਸਪੋਰਟ ਕਰਦਾ ਵਾ ਤਾਂ ਸਾਲਾ ਓਸ਼ਨ ਫਰੇਟ ਜਿਹੜਾ ਉਹ ਵਧਿਆ ਹੁੰਦਾ, ਉਹ ਡੇਢਾ ਹੋਇਆ ਹੁੰਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇਸ ਵੇਲੇ ਸਿਰਫ ਜਿੰਦਾ ਰਹਿਣ ਵਾਸਤੇ MSME ਕੰਮ ਕਰੀ ਜਾ ਰਹੀ ਆ। ਇਸ ਵੇਲੇ ਕੋਈ ਪ੍ਰੋਫਿਟ ਨਹੀਂ ਹੋ ਰਿਹਾ, ਬਹੁਤ ਹਿਊਜ ਲਾਸਿਸ ਹੋ ਰਹੇ ਆ। ਤੇ ਜੇ ਇਹਨੂੰ ਰੋਕਿਆ ਨਾ ਗਿਆ ਬਾਈ ਦੀ ਗਵਰਨਮੈਂਟ ਆਫ ਇੰਡੀਆ, ਇੱਕ ਸਟੀਲ ਦਾ ਬੈਂਕ ਬਣਾਉਣਾ ਚਾਹੀਦਾ ਇਹਨਾਂ ਨੂੰ। ਇੱਕ ਉਹਨਾਂ ਇੰਡਸਟਰੀ ਨੂੰ ਇਹ ਇੱਕ ਐਸੀ ਸਿਸਟਮ ਲਿਆ ਕੇ ਆਉਣ ਗਵਰਨਮੈਂਟ ਆਫ ਇੰਡੀਆ ਕਿ ਉਹਨਾਂ ਲਈ ਇਹ ਮੈਂਡੇਟਰੀ ਹੋਵੇ ਕਿ MSME ਨੂੰ ਤੁਸੀਂ ਆਪਣਾ 40% ਜਾਂ 50% ਸਟੀਲ ਜਿਹੜਾ ਵਾ ਉਹ MSME ਨੂੰ ਵੇਚਣਾ ਬਹੁਤ ਜ਼ਰੂਰੀ ਆ। ਕਿਉਂਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੱਦਾਂ ਬੈਂਕ ਬਣਾਉਣਾ ਚਾਹੀਦਾ, ਸੁਜੈਸ਼ਨ ਤਾਂ ਬਹੁਤ ਅੱਛਾ। ਕੱਲ੍ਹ ਨੂੰ ਸਟੀਲ ਕੰਪਨੀਆਂ ਇਹ ਨਹੀਂ ਕਹਿਣਗੀਆਂ ਕਿ ਸਾਨੂੰ ਇਹਦੇ ਵਿੱਚ ਨੁਕਸਾਨ ਹੋ ਰਿਹਾ ਜੀ, ਅਸੀਂ ਇਹ ਬੈਂਕ ਬਣਾ ਕੇ ਦਿੰਨੇ। ਬਿਲਕੁਲ ਨੁਕਸਾਨ ਨਹੀਂ ਹੋ ਰਿਹਾ ਇਸ ਵੇਲੇ ਇਹਨਾਂ ਰੇਟਾਂ ਦੇ ਉੱਤੇ। ਇਸ ਵੇਲੇ ਉਹਨਾਂ ਦਾ ਹੁਣ ਤੁਸੀਂ ਜੇ ਦੇਖੋ, ਇੱਕ ਮੈਂ ਖਬਰ ਪੜ੍ਹ ਰਿਹਾ ਸੀਗਾ, 70-80 ਹਜ਼ਾਰ ਕਰੋੜ ਰੁਪਇਆ ਇੱਕ ਕੰਪਨੀ ਨੇ ਬੈਂਕ ਦਾ ਲਾ ਦਿੱਤਾ ਔਰ ਇਸ ਵੇਲੇ ਉਹ ਕੈਸ਼ ਰਿਚ ਕੰਪਨੀਆਂ ਹੋ ਗਈਆਂ ਜੀ। ਇਸ ਵੇਲੇ ਉਹਨਾਂ ਨੇ ਪਿਛਲੇ 1.5 ਸਾਲ ਦੇ ਵਿੱਚ ਇੰਨਾ ਕੁ ਪੈਸਾ ਲੁੱਟ ਲਿਆ MSME ਤੋਂ ਜਾਂ ਇੰਡਸਟਰੀ ਤੋਂ ਕਿ ਉਹਨਾਂ ਨੂੰ ਇਹ ਚੀਜ਼ ਦੀ ਕਦੀ ਦਿੱਕਤ ਨਹੀਂ ਆਏਗੀ। ਬਿਲਕੁਲ ਨਹੀਂ, ਜਿੱਦਾਂ ਤੁਸੀਂ ਸੁਜੈਸ਼ਨ ਦਿੱਤਾ, ਤੁਹਾਡਾ ਸੁਜੈਸ਼ਨ ਬੜਾ ਅੱਛਾ ਲੱਗਿਆ ਕਿ MSME ਲਈ ਇੱਕ ਬੈਂਕ ਬਣਾ ਦਿੱਤਾ ਜਾਣਾ ਚਾਹੀਦਾ ਜਿਸ 'ਚ ਉਹਨਾਂ ਨੂੰ ਸਬਸਿਡਾਈਜ਼ ਰੇਟ ਤੇ ਦੇਣਾ ਚਾਹੀਦਾ। ਤੇ ਉਹ ਸਬਸਿਡਾਈਜ਼ ਰੇਟ ਕਿੱਦਾਂ ਦੇ ਹੁਣ ਹੋ ਸਕਦੇ ਆ? ਮੈਂ ਤਾਂ ਇਹ ਕਹਿਣਾ ਵਾ ਜੇ ਇਸ ਵੇਲੇ, ਕਿਉਂਕਿ ਪਹਿਲਾਂ ਤਾਂ ਮੇਰੀ ਸਵਾਲ ਮੇਰਾ ਇਹ ਆ ਕਿ ਚਾਈਨਾ ਇਸ ਵੇਲੇ ਇੰਡੀਆ ਨੂੰ ਡਿਸਟਰੋਏ ਕਰਨ 'ਤੇ ਤੁਲਿਆ ਆ, ਮਤਲਬ ਇੰਡੀਆ ਦੀ ਇੰਡਸਟਰੀ ਨੂੰ ਡਿਸਟਰੋਏ ਕਰ ਰਿਹਾ ਉਹ ਸਾਰਾ ਇੰਪੋਰਟ ਕਰਕੇ ਸਟੀਲ ਨੂੰ ਜੀ। ਇਹ ਜਿਹੜੀ ਸਾਜ਼ਿਸ਼ ਆ, ਇਹ ਤੋਂ ਗਵਰਨਮੈਂਟ ਆਫ ਇੰਡੀਆ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਆ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਚਾਈਨਾ ਜਿਵੇਂ ਇੱਥੋਂ ਦੀ ਖਰੀਦ ਰਿਹਾ ਹੈ, ਉਸ ਤੋਂ ਬਾਅਦ ਆਪਣੇ ਵੱਲੋਂ ਸਬਸਿਡਾਈਜ਼ ਕਰਕੇ ਉਹਨਾਂ ਨੂੰ ਸਸਤਾ ਕਰਕੇ, ਬਿਲਕੁਲ ਆਪਣੇ ਮੈਨੂਫੈਕਚਰਰਸ ਨੂੰ ਇੱਕ ਕੰਪੀਟੀਟਿਵ ਪ੍ਰਾਈਸ ਦੇ ਵੇਚ ਰਿਹਾ ਵਾ ਤਾਂ ਕਿ ਜਿਹੜਾ ਉਹ ਉਹਨਾਂ ਦੀ ਮੈਨੂਫੈਕਚਰਿੰਗ ਸੈਕਟਰ ਹੈਗਾ ਵਾ ਉਹ ਕੰਪੀਟੀਟਿਵ ਪ੍ਰਾਈਸ ਦੇ ਉੱਤੇ ਉਹ ਸਾਡੀ ਐਕਸਪੋਰਟ ਨਾਲੋਂ ਚਾਈਨਾ ਦੀ ਐਕਸਪੋਰਟ ਕਿਉਂ 6 ਗੁਣਾ ਜ਼ਿਆਦਾ ਵਾ ਜੀ? ਸਿਰਫ ਉਹਦਾ ਕਾਰਨ ਇਹ ਹੀ ਆ। ਅੱਜ ਇਹ ਨਹੀਂ ਹੈ, ਅੱਜ ਦਾ ਸਟੀਲ ਤਾਂ ਸਾਰੇ ਪਾਸੇ ਵੱਧ ਰਿਹਾ ਵਾ ਜੀ, ਮੈਂ ਇਹ ਨਹੀਂ ਕਹਿੰਦਾ, ਲੇਕਿਨ ਇੰਡੀਆ ਨੂੰ ਇਹ ਲਿਆਉਣਾ ਚਾਹੀਦਾ ਇੱਕ ਸਟੀਲ ਬੈਂਕ ਬਣਾ ਕੇ MSME ਨੂੰ ਜਿੰਦਾ ਰੱਖਣ ਵਾਸਤੇ। ਕਿਉਂਕਿ MSME ਜੇ ਮਰ ਗਈ, ਜੇ MSME ਬੰਦ ਹੋ ਗਈ ਤਾਂ ਅਨਇੰਪਲੋਇਮੈਂਟ ਦਾ ਇੱਕ ਉਬਾਲ ਉੱਠੇਗਾ ਔਰ ਲਾਅ ਐਂਡ ਆਰਡਰ ਦੀ ਇੱਕ ਸਿਚੁਏਸ਼ਨ ਇੰਨੀ ਕੁ ਖਰਾਬ ਹੋ ਜਾਏਗੀ ਕਿ ਜਿਹਨੂੰ ਸੰਭਾਲਣਾ ਬਹੁਤ ਔਖਾ ਹੋ ਜਾਏਗਾ ਗਵਰਨਮੈਂਟ ਲਈ। ਠੀਕ ਹੈ, ਥੈਂਕ ਯੂ ਸਰ, ਥੈਂਕ ਯੂ।
ਤੇ ਦੋਸਤੋ ਇਹ ਸੀਗੇ ਐਸਸੀ ਰਲਨ ਜੀ, ਜਿਨ੍ਹਾਂ ਨੇ ਬੜਾ ਕਲੀਅਰ ਪ੍ਰਧਾਨ ਮੰਤਰੀ ਸਾਹਿਬ ਨੂੰ ਜਿੱਥੇ ਕਿ ਅਵੇਅਰ ਕੀਤਾ ਹੈ, ਉੱਥੇ ਗਵਰਨਮੈਂਟ ਆਫ ਇੰਡੀਆ ਨੂੰ ਚੇਤਾਇਆ ਵੀ ਹੈ ਕਿ ਜੇ ਅਸੀਂ ਸਮੇਂ ਰਹਿੰਦੇ MSME ਦੇ ਲਈ ਜਿਹੜਾ ਸਟੀਲ ਪ੍ਰਾਈਸਿਸ ਦਾ ਬੈਂਕ, ਜਿਹਨੂੰ ਕਿ ਸ਼ਾਇਦ ਕਹਿ ਲਓ ਕਿ ਇੱਕ ਤਰ੍ਹਾਂ ਦੇ ਇੰਡਸਟਰੀ ਲਈ ਸੰਜੀਵਨੀ ਬੂਟੀ ਹੋਏਗੀ, ਉਹ ਉੱਦਾਂ ਦਾ ਨਹੀਂ ਕ੍ਰੀਏਟ ਕੀਤਾ ਤੇ ਕੱਲ੍ਹ ਨੂੰ ਅਸੀਂ ਇਹ ਨਾ ਹੋਵੇ ਇੰਡਸਟਰੀ ਤਾਂ ਖਤਮ ਹੋਵੇ ਪਲੱਸ ਦੇਸ਼ 'ਚ ਬੇਰੁਜ਼ਗਾਰੀ ਇੰਨੀ ਕੁ ਫੈਲ ਜਾਵੇ ਕਿ ਲਾਅ ਐਂਡ ਆਰਡਰ ਦੀ ਧੱਜੀਆਂ ਉੱਡ ਜਾਣ, ਸਰਕਾਰ ਤੋਂ ਬਹੁਤ ਸਾਰੀਆਂ ਹੋਰ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜੇ, ਇੱਕ ਹੋਰ ਨਵੀਂ ਲੜਾਈ ਲੜਨੀ ਪੈ ਜੇ। ਸੋ ਇਹ ਸੀ ਇਹਨਾਂ ਦੀ ਇੱਕ ਵਿਸ਼ੇਸ਼ ਰਾਏ। ਇਹਨਾਂ ਨੇ ਬੜੇ ਅੱਛੇ ਸਮੱਸਿਆਵਾਂ ਵੀ ਦਸੀਆਂ ਤੇ ਸੁਝਾਅ ਵੀ ਦੱਸੇ। ਉਮੀਦ ਕਰਦੇ ਹਾਂ ਕਿ ਲੋਕ ਇਹਨਾਂ ਸੁਝਾਵਾਂ 'ਤੇ ਪਾਲਣ ਵੀ ਕਰਨਗੇ ਤੇ ਗਵਰਨਮੈਂਟ ਆਫ ਇੰਡੀਆ ਤੱਕ ਸਾਡੀ ਆਵਾਜ਼ ਪਹੁੰਚੇਗੀ ਤੇ ਉਹ ਜਲਦ ਤੋਂ ਜਲਦ MSME ਸੈਕਟਰ ਲਈ ਵਧੀਆ ਕਦਮ ਚੁੱਕੇਗੀ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।